दोस्तों बहुत बहुत स्वागत है ਤੁਹਾਡਾ ਸਾਰਿਆਂ ਦਾ ਗਿਲਜ ਮੈਂਟੋਰ ਦੇ ऑफिशियल YouTube ਚੈਨਲ ਤੇ PSPCL ਦੇ ਦੁਆਰਾ ਜਾਰੀ ਕੀਤਾ ਗਿਆ ਇੰਪੋਰਟੈਂਟ ਨੋਟੀਫਿਕੇਸ਼ਨ ਵੱਡੀ ਜਾਣਕਾਰੀ ਹੈ ਤੁਹਾਡੇ ਲਈ ਔਰ ਖੁਸ਼ਖਬਰੀ ਹੈ ਕਿ ਕਾਉਂਸਲਿੰਗ ਸ਼ੈਡਿਊਲ ਆਊਟ ਕਰ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਤੁਹਾਨੂੰ ਡਿਟੇਲ ਵਾਈਜ਼ ਸਾਂਝੀ ਕੀਤੀ ਜਾਏਗੀ ਔਰ ਕਿਹੜੇ-ਕਿਹੜੇ ਡਾਕੂਮੈਂਟਸ ਦੀ ਤੁਹਾਨੂੰ ਲੋੜ ਪਏਗੀ ਤੇ ਸਟੂਡੈਂਟਸ ਨੂੰ ਇਹ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਪੋਸਟਾਂ ਦੇ ਸੰਬੰਧ 'ਚ ਇਹ ਸ਼ੈਡਿਊਲ ਹੈ। पूरी जानकारी आप डिटेल वाइज साझी करांगे। दोस्तों सैशन शेयर कर दो, रज के शेयर कर दो ताकि सारे स्टूडेंट्स ਨੂੰ ਪਤਾ ਲੱਗ ਜੇ। ਕਿਤੇ ਨਾ ਕਿਤੇ ਅਲੱਗ-ਅਲੱਗ ਤਰੀਕੇ ਦੇ ਜੋ ਬੱਚਿਆਂ ਦੇ ਗਰੁੱਪ ਬਣੇ ਹੋਏ ਨੇ ਉੱਥੇ ਅਲੱਗ-ਅਲੱਗ ਬੱਚਿਆਂ ਦੀ ਮੰਗ ਹੈਗੀ ਹੈ। ਬਹੁਤ ਸਾਰੇ ਸਟੂਡੈਂਟਸ ਕਾਉਂਸਲਿੰਗ ਦੀ ਡਿਮਾਂਡ ਕਰ ਰਹੇ ਸੀ, ਬਹੁਤ ਸਾਰੇ ਸਟੂਡੈਂਟਸ ਰਿਜ਼ਲਟ ਨੂੰ ਲੈ ਕੇ ਕਿਤੇ ਨਾ ਕਿਤੇ ਪਰੇਸ਼ਾਨ ਸੀਗੇ। ਲੇਕਿਨ ਇੱਕ ਚੀਜ਼ ਸੱਚ ਹੈਗੀ ਹੈ ਕਿ PSPCL ਦੇ ਇਸ ਵਾਰ ਦੇ ਪੇਪਰ 'ਚ ਵਾਕਈ ਹੀ ਕੰਪੀਟੀਸ਼ਨ ਟਫ ਸੀਗਾ। ਬਹੁਤ ਸਾਰੇ ਸਟੂਡੈਂਟਸ अपना सिलेक्शन श्योर नहीं मान रहे क्योंकि जो टोटल 100 चों 100 है तो दोस्तों 100 चों 100 क्यों आए हैं किवें आए हैं असीं इस बारे ऑलरेडी दस चुके हैं कि इन्हां ने रेशियो 80 ਨੂੰ 100 बना के करता होगा, हो सकता है 70 ਨੂੰ 100 बना के करता होगा, परंतु जो भी होया ਤੁਸੀਂ ਬਿਹਤਰ ਸਮਝ ਸਕਦੇ ਹੋ ਜਾਂ RTE ਲਾ ਕੇ ਜਾਣ ਸਕਦੇ ਹੋ। ਲੇਕਿਨ ਫਿਲਹਾਲ ਆਪਾਂ ਗੱਲ ਕਰਦੇ ਹਾਂ ਕਿ ਕਾਉਂਸਲਿੰਗ ਡੇਟ ਆਊਟ ਹੋ ਚੁੱਕੀ ਹੈ। ਤਾਂ ਦੋਸਤੋ ਆਪਣੇ ਡਾਕੂਮੈਂਟਸ ਰੈਡੀ ਕਰ ਲਓ ਫਟਾਫਟ, ਪੂਰੀ ਜਾਣਕਾਰੀ ਤੁਹਾਨੂੰ ਡਿਟੇਲ ਵਾਈਜ਼ ਦੱਸਾਂਗਾ। ਉਸ ਤੋਂ ਪਹਿਲਾਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲੀ ਕਿ ਅਗਰ EWS ਦੇ ਅੰਦਰ 100 ਪੋਸਟਾਂ ਹੈਗੀਆਂ ਤਾਂ 25% ਜ਼ਿਆਦਾ ਕੈਂਡੀਡੇਟ ਨੂੰ ਕਾਉਂਸਲਿੰਗ ਦੇ ਵਿੱਚ ਕਾਲ ਕੀਤਾ ਜਾਏਗਾ। ਅਗਰ ਮੇਰਾ 140ਵਾਂ ਨੰਬਰ ਹੈ, 135ਵਾਂ ਨੰਬਰ ਹੈ ਤਾਂ ਮੇਰੇ ਲਈ ਟਫ ਸੀਗਾ। ਇਹ ਪੋਸੀਬਲ ਤਦ ਹੋ ਸਕਦਾ ਸੀ ਜਾਂ ਹੋ ਸਕਦਾ ਹੈ, ਇਹ ਕਿੰਤੂ ਪਰੰਤੂ ਵਾਲੀ ਗੱਲ ਹੈ। ਅਗਰ ਇਹ ਕਾਉਂਸਲਿੰਗ ਡੇਟ ਤਕਰੀਬਨ 2 ਮਹੀਨੇ ਜਾਂ 3 ਮਹੀਨੇ ਜਾਂ 4 ਮਹੀਨੇ ਲੇਟ ਹੋ ਜਾਂਦੀ, ਕਿਉਂਕਿ ਇਸ ਕਰਕੇ ਸੀਗਾ ਪਿਛਲੇ ਸਾਲ ਦਾ ਤੁਸੀਂ ਦੇਖਿਆ ਹੋਏਗਾ ਕਿ ਅਗਰ ਸਕੋਰ ਕੈਂਡੀਡੇਟਸ ਦਾ ਤੁਸੀਂ ਦੇਖਿਆ ਹੋਏਗਾ 70 ਤੋਂ ਚੱਲਿਆ ਤਾਂ 67 ਤੇ ਆ ਕੇ ਕੱਟ ਆਫ ਰੁਕੀ। ਤਾਂ ਇਹ ਚਾਂਸਸ ਇਹ ਸੀਗਾ ਕਿ ਜਿਹੜੇ ਕੈਂਡੀਡੇਟ ਟੌਪਰ ਨੇ ਤਾਂ ਇਨ ਬਿਟਵੀਨ ਜਿਵੇਂ ਕਿ ਆਪਾਂ ਦੇਖਾਂਗੇ ਕਿ PPSC ਕੋਈ ਪੇਪਰ ਕੰਡਕਟ ਕਰਦਾ ਜਾਂ ਮੰਨ ਲਓ ਸਪੋਜ਼ ਇੱਥੇ ਪਟਵਾਰੀ ਦੇ ਵਿੱਚ ਟੌਪ ਰਿਜ਼ਲਟ ਪੇਪਰ ਕਲੀਅਰ ਹੋ ਜਾਂਦਾ ਜਲਦੀ, ਤਾਂ ਫਿਰ ਉਹ ਟੌਪਰ ਕੈਂਡੀਡੇਟ ਕਿਤੇ ਨਾ ਕਿਤੇ ਦੂਸਰੀ ਜਗ੍ਹਾ ਚਲੇ ਜਾਣਗੇ। ਤਾਂ ਫਿਰ ਇਹ PSPCL ਕੀ ਕਰੇਗਾ, ਵੇਟਿੰਗ ਲਿਸਟ ਚੁੱਕ ਕੇ ਉਹਨਾਂ ਕੈਂਡੀਡੇਟਸ ਨੂੰ ਇੱਥੇ ਜੁਆਇਨਿੰਗ ਦੇ ਦਿੰਦਾ। ਲੇਕਿਨ ਜੋ ਵੀ ਹੋਏਗਾ ਦੇਖਦੇ हैं और ਰੱਬ ਅੱਗੇ ਦੁਆ ਕਰੋ, ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਅਸੀਂ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਕਿ PSPCL ਦੇ ਵਿੱਚ ਇਹਨਾਂ ਨੇ ਬਾਰਡਰ ਜ਼ੋਨ ਸ਼ੈਡਿਊਲ ਆਫ ਡਾਕੂਮੈਂਟ ਚੈਕਿੰਗ ਫॉर द पोस्ट ऑफ अकाउंटेंट ऑफिसर अगेंस्ट CRA 293/19 ਦੇ ਸੰਬੰਧ 'ਚ ਇਹਨਾਂ ਨੇ ਡਿਟੇਲ ਪਾਈ ਹੈ। ਇੱਥੇ ਟੋਟਲ 5 ਕੈਂਡੀਡੇਟਸ ਨੇ, ਠੀਕ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਵੈਨਿਊ ਕਿੱਥੇ ਹੈ। ਵੈਨਿਊ ਇਹਨਾਂ ਨੇ ਦੇ ਰੱਖਿਆ ਹੈ ਹੈੱਡ ਆਫਿਸ PSPCL ਮਾਲ ਰੋਡ ਪਟਿਆਲਾ ਵਿਖੇ ਹੈ। ਟਾਈਮਿੰਗ ਸਵੇਰੇ 9:30 ਵਜੇ ਦੀ ਰਹੇਗੀ। ਟੈਂਟੇਟਿਵ 50% ਐਕਸਟਰਾ ਕੈਂਡੀਡੇਟ ਬੀਇੰਗ ਕੋਲਡ ਫॉर द ਡਾਕੂਮੈਂਟ ਚੈਕਿੰਗ, ਮਤਲਬ ਕਿ ਇੱਥੇ 50% ਵੱਖਰੇ ਵੀ ਅਗਰ ਇੱਥੇ ਜਿੰਨੀਆਂ ਵੀ ਪੋਸਟਾਂ ਸੀਗੀਆਂ ਉਹਦਾ 50% ਜ਼ਿਆਦਾ ਕੈਂਡੀਡੇਟਸ ਨੂੰ ਕਾਲ ਕੀਤਾ ਜਾ ਰਿਹਾ। ਇਹ ਦੋਸਤੋ ਇਹਦੇ 'ਚ ਐਸੀ ਕੈਂਡੀਡੇਟਸ ਨੂੰ 5 ਕੈਂਡੀਡੇਟ ਨੂੰ ਕਾਲ ਕੀਤਾ ਗਿਆ। ਦੇਖੋ ਕਿੰਨੀ ਅੱਛੀ ਗੱਲ ਹੈ ਕਿ ਜਿਸ ਕੈਂਡੀਡੇਟ ਦੇ 36.25 ਨੰਬਰ ਸੀਗੇ ਉਸ ਨੂੰ ਵੀ ਇੱਥੇ ਬੁਲਾ ਲਿਆ ਗਿਆ ਹੈ, ਠੀਕ ਹੈ। ਹੁਣ ਤੁਹਾਨੂੰ ਮੈਂ ਪੂਰੀ ਜਾਣਕਾਰੀ ਹੋਰ ਵੀ ਦੱਸਾਂਗਾ, ਲੇਕਿਨ ਉਸ ਤੋਂ ਪਹਿਲਾਂ ਚੈੱਕ ਕਰ ਲੈਂਦੇ ਹਾਂ ਕਿ ਡਾਕੂਮੈਂਟ ਚੈੱਕ ਕਰਨ ਦੀ ਡੇਟ ਕੀ ਹੈ, 20 ਮਾਰਚ। ਯਾਦ ਰੱਖੋ ਸਭ ਤੋਂ ਪਹਿਲਾਂ ਦੇਖੋ ਟੌਪਰ ਦੀਆਂ ਪੋਸਟਾਂ ਜਿੰਨੀਆਂ ਵੀ 798 ਪੋਸਟਾਂ ਸੀਗੀਆਂ ਨਾ LDC ਤੋਂ ਪਹਿਲਾਂ, ਉਹਨਾਂ ਦੇ ਡਾਕੂਮੈਂਟ ਚੈਕਿੰਗ ਹੋਣਗੇ। ਔਰ ਇੱਥੇ ਕਿਉਂਕਿ ਇਹਨਾਂ ਦਾ ਚੀਜ਼ ਕੀ ਹੈ ਨਾ, ਐਕਚੁਅਲ ਦੇ ਵਿੱਚ ਰੇਸ਼ੀਓ ਤੁਹਾਨੂੰ ਸਮਝਣਾ ਪਏਗਾ ਕਿ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ JEE ਦੇ ਵਿੱਚ ਜਿਵੇਂ ਪੋਸਟਾਂ ਸੀਗੀਆਂ ਕੈਟੇਗਰੀ ਦੀਆਂ ਬਹੁਤ ਘੱਟ ਸੀਗੀਆਂ, ਜੇ ਆਪਾਂ ਗੱਲ ਕਰੀਏ ਕਿ 1000 ਪੋਸਟਾਂ LDC ਦੀਆਂ ਸੀਗੀਆਂ ਔਰ 1000 ਦੇ ਵਿੱਚੋਂ ਤਕਰੀਬਨ 200 ਪੋਸਟਾਂ SC ਅਤੇ ਗੱਲ ਕਰਾਂਗੇ ਮਜਬੀ ਸੇ SC ਅਦਰ ਅਤੇ SC ਮਜਬੀ ਸਿੱਖ 200 ਹੋ ਗਈਆਂ। 100 ਪੋਸਟਾਂ EWS, 300 ਪੋਸਟਾਂ ਕੈਟੇਗਰੀ 'ਚ ਚਲੀਆਂ ਗਈਆਂ ਸੀਗੀਆਂ। ਤਾਂ ਆਲਮੋਸਟ 800 ਪੋਸਟਾਂ ਦੇ ਵਿੱਚੋਂ ਇੱਥੋਂ ਦਾ ਰੇਸ਼ੀਓ ਬਹੁਤ ਘੱਟ ਸੀਗਾ। ਤਾਂ ਹੋ ਸਕਦਾ ਹੈ ਕਿ ਅਗਰ ਕੋਈ ਕੈਟੇਗਰੀ ਕੈਂਡੀਡੇਟ ਨੇ BTech ਕਰ ਰੱਖੀ ਸੀ ਔਰ ਉਹਦੀ ਪ੍ਰਿਪਰੇਸ਼ਨ ਅੱਛੀ ਸੀ ਔਰ ਹੀ ਐਂਡ ਸ਼ੀ ਵਾਂਟਸ ਟੂ ਬੀਕਮ ਏ JEE, ਤਾਂ ਉਹਨਾਂ ਨੇ ਜਨਰਲ ਦੇ ਵਿੱਚ ਵੀ ਅਪਲਾਈ ਕੀਤਾ ਹੋਏਗਾ। ਇਹਦੇ 'ਚ ਕਲੀਅਰ ਹੈ ਕੱਟ। ਤਾਂ ਦੋਸਤੋ ਇਹ ਰੇਸ਼ੀਓ ਪ੍ਰੋਪਰਲੀ ਚੈੱਕ ਕੀਤਾ ਜਾਏਗਾ। ਔਰ ਉਹਨਾਂ ਕੈਂਡੀਡੇਟਸ ਨੇ ਕਲਰਕ ਵੀ ਦਿੱਤਾ ਸੀ ਪੇਪਰ, ਕਿਉਂਕਿ ਮੈਂ ਜ਼ਿਆਦਾ ਨਹੀਂ ਕਵਾਂਗਾ, ਅਗਰ 798 ਤਾਂ ਨਹੀਂ, ਲੇਕਿਨ 798 ਦੇ ਵਿੱਚ ਮਤਲਬ 800 ਕੈਂਡੀਡੇਟਾਂ 'ਚੋਂ 500 ਕੈਂਡੀਡੇਟ ਆਪਾਂ ਮੰਨ ਕੇ ਚੱਲਦੇ ਹਾਂ ਕਿ LDC ਪੇਪਰ ਦਿੱਤਾ ਹੋਏਗਾ ਤੇ ਮੈਰਿਟ ਦਾ ਬਹੁਤ ਵੱਡਾ ਫਰਕ ਹੋਏਗਾ ਅੱਗੇ। ਨੈਕਸਟ ਹੈ ਤੁਹਾਡੇ ਨਾਲ ਮੈਂ ਇੱਕ ਜਾਣਕਾਰੀ ਹੋਰ ਸਾਂਝੀ ਕਰਨਾ ਚਾਹਾਂਗਾ। ਇਹ ਹੈਗੀਆਂ ਪੋਸਟਾਂ ਡਾਕੂਮੈਂਟ ਚੈਕਿੰਗ ਹੈਗਾ ਡਿਵੀਜ਼ਨਲ ਅਕਾਊਂਟੈਂਟ ਲਈ ਹੈ। 50% ਐਕਸਟਰਾ ਬੁਲਾਇਆ ਗਿਆ। ਇਹਨਾਂ ਦਾ ਵੀ 9:30 ਵਜੇ ਟਾਈਮਿੰਗ ਔਰ 23 ਤਰੀਕ ਨੂੰ ਇਹਨਾਂ ਦਾ ਸ਼ੈਡਿਊਲ ਪਾਇਆ ਗਿਆ। ਯਾਦ ਰੱਖੋ 23 ਤਰੀਕ ਨੂੰ। ਇਹਨਾਂ 'ਚ ਟੌਪਰ ਹੈ ਕੈਟੇਗਰੀ ਵਾਈਜ਼ ਔਰ ਨॉन कैटेगरी वाइज दोनों ने
ਜਿਵੇਂ ਕਿ 80.75 ਵਾਲੇ ਨੇ ਤੇ ਬਿਲੋ ਦੀ ਗੱਲ ਕਰਦੇ ਹਾਂ ਇਹ ਟੋਟਲ ਦੇਖੋ ਇੱਥੋਂ ਕਲੀਅਰ ਹੋਏਗਾ ਕਿ ਹਾਇਰ ਰੈਂਕ ਕੀ ਹੈ ਅਤੇ ਲੋਵੇਸਟ ਰੈਂਕ ਕੀ ਹੈ। ਠੀਕ ਹੈ, ਤੁਸੀਂ ਇੱਥੋਂ ਬਿਲਕੁਲ ਜੱਜ ਕਰ ਸਕਦੇ ਹੋ, ਕੈਟੇਗਰੀ ਵਾਈਜ਼ ਵੀ ਕਰ ਸਕਦੇ ਹੋ, ਨੋਨ ਕੈਟੇਗਰੀ ਵਾਈਜ਼ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਪੂਰੀ ਜਾਣਕਾਰੀ ਡਿਟੇਲ ਵਾਈਜ਼ ਦੱਸਾਂਗਾ ਜਿਸ ਕਰਕੇ ਸਾਨੂੰ ਐਸਟੀਮੇਟ ਹੋ ਜਾਏਗਾ ਪ੍ਰੋਪਰਲੀ ਤਰੀਕੇ ਨਾਲ। ਦੇਖੋ ਹਾਇਰ ਸੀਗਾ 80 ਤੱਕ, ਲੋਵੇਸਟ ਗੱਲ ਕਰਦੇ ਹਾਂ ਜਨਰਲ ਦੇ ਵਿੱਚ ਹੈ 77, ਉਸ ਤੋਂ ਬਾਅਦ EWS ਦੀ 74 ਪੁਆਇੰਟ। ਤਾਂ ਇੱਕ ਸਟਰਕਚਰ ਇਹ ਹੁੰਦਾ ਹੈ ਦੋਸਤੋ, ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀਗਾ ਵੀ ਅਗਰ LDC ਦੇ ਵਿੱਚ 300 ਪੋਸਟਾਂ ਹੈ ਔਰ ਮੰਨ ਲਓ ਕੱਲ ਨੂੰ LDC ਦੇ ਵਿੱਚ 300 ਪੋਸਟਾਂ ਜਨਰਲ ਦੀਆਂ ਹੈਗੀਆਂ ਹੈ, ਠੀਕ ਹੈ, ਜਾਂ 400 ਪੋਸਟਾਂ 500 ਪੋਸਟਾਂ ਐਗਜ਼ਾਮਪਲ ਲੈ ਲਓ ਆਪਣੇ, ਠੀਕ ਹੈ, ਓਵਰਆਲ ਚਲੋ 500 ਪੋਸਟਾਂ ਲੈ ਲਓ, ਤੁਹਾਡੇ 'ਚ ਕੋਈ ਗੁੱਸਾ ਨਾ ਕਰ ਜੇ, ਐਕਚੁਅਲ ਹੈ ਨਹੀਂ ਇੰਨੀਆਂ, ਪਰ ਫਿਰ ਵੀ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਅਗਰ ਮੰਨ ਲਓ ਇੱਥੇ 75 ਜਨਰਲ ਦੀ ਕੱਟ ਆਫ ਗਈ ਹੈ ਔਰ ਜਨਰਲ ਦੀ ਕੱਟ ਆਫ ਨੂੰ ਇੱਥੋਂ ਅਗਰ ਕੈਟੇਗਰੀ ਵਾਈਜ਼ ਕੋਈ ਕੈਂਡੀਡੇਟ ਨੌਨ ਬੈਨੀਫਿਟ ਲੈਂਦਿਆਂ ਹੋਇਆਂ ਅਗਰ ਕੁਆਲੀਫਾਈ ਕਰ ਰਿਹਾ ਤਾਂ ਹੀ ਐਂਡ ਸ਼ੀ ਵਿਲ ਬੀ ਕੰਸੀਡਰਡ ਇਨ ਏ ਜਨਰਲ ਕੈਟੇਗਰੀ। ਠੀਕ ਹੈ, ਤਾਂ ਇਹ ਚੀਜ਼ਾਂ ਬਿਲਕੁਲ ਕਲੀਅਰ ਸਮਝ ਲੈਣੀਆਂ ਤੁਸੀਂ ਐਂਡ ਪ੍ਰੋਪਰ ਤਰੀਕੇ ਨਾਲ ਤੁਸੀਂ ਇਹਨੂੰ ਰੀਡ ਆਊਟ ਵੀ ਕਰ ਸਕਦੇ ਹੋ। ਐਸਸੀ ਮਜ਼ਬੀ ਸਿੱਖ ਦੀ ਗੱਲ ਕਰਦੇ ਹਾਂ ਤਾਂ 68 ਪੁਆਇੰਟ ਦੇਖੋ ਇੱਥੋਂ ਸ਼ਡਿਊਲ ਬਣ ਜਾਏਗਾ, ਉਸ ਤੋਂ ਉੱਪਰ ਵਾਲੇ ਜਨਰਲ ਸ਼ਡਿਊਲ ਬਣ ਜਾਏਗਾ ਵੀ ਨੀਚੇ ਤੋਂ ਲੋਵੇਸਟ ਔਰ ਹਾਈਐਸਟ ਕੀ ਕੁਛ ਬਣ ਰਹੀ ਹੈ। ਠੀਕ ਹੈ, ਤੇ ਪ੍ਰੋਪਰਲੀ ਤੁਸੀਂ ਦੇਖ ਸਕਦੇ ਹੋ ਤਕਰੀਬਨ ਇੱਥੇ 41 ਕੈਂਡੀਡੇਟਸ ਨੂੰ ਕਾਲ ਕੀਤਾ ਗਿਆ ਫॉर ਡਾਕੂਮੈਂਟ ਚੈਕਿੰਗ ਔਰ 23 ਅਤੇ 24 ਤਰੀਕ ਨੂੰ ਇਹਨਾਂ ਦੀ ਡੇਟ ਹੋਈ ਹੈ। ਨੈਕਸਟ ਦੀ ਗੱਲ ਕਰਦੇ ਹਾਂ ਗਾਇਸ, ਇਹ ਹੈਗੀ ਹੈ ਮੇਰੇ ਕੋਲ ਰੈਵਨਿਊ ਅਕਾਊਂਟੈਂਟ। ਠੀਕ ਹੈ, ਤਾਂ RA ਦੀਆਂ ਗੱਲ ਕਰਦੇ ਹਾਂ। RA ਦੀ ਜੋ ਡਾਕੂਮੈਂਟ ਚੈਕਿੰਗ ਹੋਏਗੀ 19 ਤਰੀਕ ਤੋਂ ਸ਼ੁਰੂ ਹੋਏਗੀ, ਤਾਂ ਵੀ ਡੋਂਟ ਹੈਵ ਟੂ ਮਚ ਟਾਈਮ। ਠੀਕ ਹੈ, ਆਪਣੇ ਡਾਕੂਮੈਂਟਸ ਪਲੀਜ਼ ਰੈਡੀ ਰੱਖੋ, ਆਲ ਦਾ DMCs 10th ਪਾਸ ਪੰਜਾਬੀ ਸਰਟੀਫਿਕੇਟ, ਕੰਪਿਊਟਰ ਦਾ ਸਰਟੀਫਿਕੇਟਸ। ਠੀਕ ਹੈ, ਯਾਦ ਰੱਖੋ ਜਿੰਨੇ ਵੀ ਸਟੂਡੈਂਟਸ ਨੇ, ਜੇ ਤੁਹਾਡੇ ਕੋਲ ਤੁਹਾਡਾ ਕੈਟੇਗਰੀ ਚੋਂ ਹੈ ਤਾਂ ਕਾਸਟ ਸਰਟੀਫਿਕੇਟ ਹੈ, ਰੈਜ਼ੀਡੈਂਸ਼ੀਅਲ ਹੋਣਾ ਚਾਹੀਦਾ ਹੈ। ਉਸ ਤੋਂ ਇਲਾਵਾ ਵੀ ਯਾਦ ਰੱਖੋ ਆਪਣੇ ਜਿੰਨੇ ਵੀ ਡਾਕੂਮੈਂਟਸ ਤੁਸੀਂ ਫਾਰਮ 'ਚ ਭਰੇ ਹੈ ਉਹ ਸਾਰੇ ਬਿਲਕੁਲ ਕਲੀਅਰ ਹੋਣੇ ਚਾਹੀਦੇ ਹੈ, ਅਦਰਵਾਈਜ਼ ਕਿਤੇ ਨਾ ਕਿਤੇ ਤੁਹਾਡੇ ਲਈ ਮੁਸ਼ਕਲ ਹੋ ਸਕਦੀ ਹੈ। 19 ਤਰੀਕ ਤੋਂ ਪ੍ਰੋਸੈਸ ਸ਼ੁਰੂ ਹੋ ਚੁੱਕੀ ਹੈ, ਇਸ ਤੋਂ ਬਾਅਦ JEE ਦੀ ਆਏਗੀ 19 ਫਿਰ 20 ਹੈ। ਇੱਥੇ ਗੱਲ ਕਰਦੇ ਹਾਂ ਟੋਟਲ ਤੁਸੀਂ ਦੇਖ ਸਕਦੇ ਹੋ 70 ਬੱਚਿਆਂ ਦੇ ਅਲੱਗ ਸ਼ਡਿਊਲ ਹੈ ਅਤੇ 5 ਬੱਚਿਆਂ ਦਾ ਅਲੱਗ ਹੈ, ਟੋਟਲ 75 ਬੱਚਿਆਂ ਦਾ ਹੈ। 19 20 21 ਤਿੰਨ ਡੇਟਾਂ ਇੱਥੇ ਦਿੱਤੀਆਂ ਗਈਆਂ, ਤਾਂ ਇਹਨਾਂ ਤੋਂ ਬਾਅਦ ਫਿਰ ਯਾਨੀ 22 ਤਰੀਕ ਛੱਡ ਕੇ 23 ਤਰੀਕ ਔਰ 24 ਤਰੀਕ ਨੂੰ ਸ਼ਡਿਊਲ ਦਿੱਤਾ ਗਿਆ। ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਪੂਰੀ ਜਾਣਕਾਰੀ ਦੇਖ ਸਕਦੇ ਹੋ, ਆਪਣੇ ਦੋਸਤਾਂ ਤੱਕ ਸਾਂਝਾ ਕਰ ਦਿਓ ਤਾਂ ਕਿ ਉਹਨਾਂ ਨੂੰ ਯਕੀਨ ਹੋ ਜੇ ਕਿ ਸਾਡਾ ਇੱਥੇ ਕਾਉਂਸਲਿੰਗ 'ਚ ਨੰਬਰ ਹੈ ਜਾਂ ਨਹੀਂ ਹੈ। ਥੈਂਕ ਯੂ ਸੋ ਮਚ, ਤੁਸੀਂ ਆਪਣਾ ਬੇਸ਼ਕੀਮਤੀ ਸਮੇਂ ਦਿੱਤਾ। ਮੈਂ ਮਿਲਾਂਗਾ ਤੁਹਾਨੂੰ ਨੈਕਸਟ ਬ੍ਰੇਕਿੰਗ ਔਰ ਧਮਾਕੇਦਾਰ ਨਿਊਜ਼, ਤਦ ਤੱਕ ਖਿਆਲ ਰੱਖੋ, ਟੇਕ ਕੇਅਰ, ਬਾਏ ਬਾਏ।